ਹਰਮੀਤ ਸਿੰਘ ਕਾਲਕਾ ਜੀ ਸਾਡੇ ਨਾਲ ਜੁੜੇ ਨੇ, ਡੀਐਸਜੀਐਮਸੀ ਦੇ ਪ੍ਰਧਾਨ। ਕਾਲਕਾ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਅੱਜ ਚਰਚਾ ਜਥੇਦਾਰ ਸਾਹਿਬ ਨੂੰ ਬਦਲੇ ਜਾਣ ਦੇ ਉੱਤੇ ਅਸੀਂ ਕਰ ਰਹੇ ਹਾਂ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਮੇਰੇ ਪਰ ਪ੍ਰੈਸ਼ਰ ਹੋਏਗਾ ਮੈਂ ਉਹਦਾ ਛੱਡ ਦੇਵਾਂਗਾ। ਜਦੋਂ ਮੈਨੂੰ ਪ੍ਰੈਸ਼ਰ ਫੀਲ ਹੋਇਆ, ਮੈਨੂੰ ਦਬਾਅ ਮਹਿਸੂਸ ਹੋਇਆ, ਮੈਂ ਛੱਡ ਦਿੱਤਾ। ਇਹ ਦਬਾਅ ਤੋਂ ਭਾਵ ਕੀ ਕੱਢਿਆ ਜਾਵੇ? ਸੰਗਤ ਜਾਣਨਾ ਚਾਹੁੰਦੀ ਹੈ ਕਿ ਜਥੇਦਾਰ ਦੇ ਅਹੁਦੇ ਉੱਤੇ ਕੋਈ ਹੋਵੇ ਤੇ ਉਸ ਦੇ ਉੱਤੇ ਵੀ ਕੋਈ ਪ੍ਰੈਸ਼ਰ ਹੋਏਗਾ ਤੇ ਅਜਿਹਾ ਪ੍ਰੈਸ਼ਰ ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਆਪਣਾ ਅਹੁਦਾ ਛੱਡਣਾ ਪੈ ਜਾਵੇ। ਤੁਸੀਂ ਕੀ ਸਮਝਦੇ ਹੋ, ਕਿ ਕਿਸ ਨਜ਼ਰ ਨਾਲ ਦੇਖਦੇ ਹੋ ਇਸ ਪੂਰੇ ਬਿਆਨ ਨੂੰ? ਦੇਖੋ, ਅਸਲ ਮੈਨੇ ਦਾ ਜਿਹੜਾ ਦਬਾਅ ਹੈਗਾ ਉਹ ਤੇ ਜਥੇਦਾਰ ਸਾਹਿਬ ਹੀ ਦੱਸ ਸਕਦੇ ਨੇ। ਬਿਲਕੁਲ, ਮਗਰ ਇਹ ਗੱਲ ਤੇ ਜੱਗ ਜ਼ਾਹਿਰ ਹੈ ਕਿ ਜਿਹੜਾ ਵੀ ਜਥੇਦਾਰ ਅਕਾਲ ਤਖਤ ਲਾਇਆ ਜਾਂਦਾ ਹੈ ਉਹ ਐਸਜੀਪੀਸੀ ਦੇ ਪ੍ਰਧਾਨ ਦੇ ਰਾਹੀਂ ਜਿਹੜੀ ਐਸਜੀਪੀਸੀ ਨੂੰ ਕੰਟਰੋਲ ਕਰ ਰਹੀ ਹੈ ਜਥੇਬੰਦੀ, ਉਹਦੇ ਥਰੂ ਉਹਦੇ ਦਬਾਅ ਥੱਲੇ ਰਹਿੰਦੇ ਹੀ ਰਹਿੰਦੇ ਨੇ। ਔਰ ਇਹ ਅੱਜ ਨਹੀਂ ਹੈ, ਪਿਛਲੇ ਕਈ ਸਾਲਾਂ ਤੋਂ ਤੁਸੀਂ ਰਵਾਇਤ ਦੇਖਦੇ ਆ ਰਹੇ ਹੋ ਕਿ ਜਿਹੜੇ ਵੀ ਪੰਥ ਦੇ ਵਿਰੁੱਧ ਫੈਸਲੇ ਲਏ ਗਏ ਨੇ, ਜਿਹਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਮਗਰ ਅਕਾਲ ਤਖਤ ਵੱਲੋਂ ਉਹਨੂੰ ਮੋਹਰ ਲਾ ਦਿੱਤੀ ਗਈ ਹੈ। ਇਹੋ ਜੀ ਕਈ ਗੱਲ ਮੇਰੇ ਹੁਣੇ ਵੀਰ ਜੀ ਗੱਲ ਕਰ ਰਹੇ ਸੀ ਜਦ ਤੇ ਡੇਰਾ ਮੁਖੀ ਦੀ ਵੀ ਗੱਲ ਉਹਨਾਂ ਨੇ ਕੀਤੀ ਔਰ ਡੇਰੇ ਨੂੰ ਮੁਖੀ ਨੂੰ ਮਾਫ ਕਰਨ ਦੀ ਗੱਲ ਵੀ ਜਿਹੜੀ ਹੋਈ ਹੈ ਇਹ ਵੀ ਜਥੇਦਾਰ ਨੂੰ ਵਰਤ ਕੇ ਹੋਈ ਹੈ। ਤੋ ਇਹ ਗੱਲ ਸਭ ਨੂੰ ਜੱਗ ਜ਼ਾਹਿਰ ਹੈ ਕਿ ਜਿਹੜਾ ਦਬਾਅ ਅੱਜ ਜਥੇਦਾਰ ਸਾਹਿਬ ਨੇ ਕਿਹਾ ਇਹ ਦਬਾਅ ਕਿੱਥੋਂ ਪੈਂਦਾ ਹੈ ਔਰ ਕਿਉਂ ਪੈਂਦਾ। ਔਰ ਹੁਣ ਜਿਹੜਾ ਦਬਾਅ ਹੈ ਮੈਂ ਸਮਝਦਾ ਕਿ ਇਹਦਾ ਲਿੰਕ ਸਿੱਧਾ ਕੋਈ ਅੰਮ੍ਰਿਤਸਰ ਤੋਂ ਨਹੀਂ ਹੈ, ਸਿੱਧਾ ਬਰਗਾੜੀ ਜਾ ਕੇ ਰੁਕਦਾ। ਸੋ ਇਹਦੇ ਬਾਰੇ ਤੇ ਖੁਲਾਸਾ ਜਥੇਦਾਰ ਸਾਹਿਬ ਕਰ ਸਕਦੇ ਨੇ, ਮਗਰ ਸਾਰੇ ਦੁਨੀਆ ਨੂੰ ਪਤਾ ਹੈ ਕਿ ਇਹ ਕਿਹੜਾ ਦਬਾਅ ਸੀ ਔਰ ਇਹ ਦਬਾਅ ਦੇ ਅਧੀਨ ਉਹਨਾਂ ਦੀਆਂ ਸ਼ਰਤਾਂ ਨਹੀਂ ਮਨਜ਼ੂਰ ਹੋ ਰਹੀਆਂ ਸੀ ਤੇ ਅੱਜ ਜਥੇਦਾਰ ਨੂੰ ਉਤਾਰਤਾ ਗਿਆ। ਨਹੀਂ, ਜੇ ਤੁਸੀਂ ਖੁੱਲ ਕੇ ਗੱਲ ਕਰ ਸਕੋ ਜੀ ਕਿ ਆਖਿਰ ਕਿਹੜਾ ਦਬਾਅ ਸੀ? ਹੋ ਸਕਦਾ ਲੋਕਾਂ ਦੇ ਜ਼ਿਹਨ ਦੇ ਵਿੱਚ ਹੋਵੇ ਪਰ ਗੱਲ ਕਈ ਵਾਰ ਜ਼ੁਬਾਨ ਤੇ ਨਹੀਂ ਆਉਂਦੀ। ਮੈਂ ਸਮਝਦਾ ਮੇਰੇ ਚੰਦ ਲਫ਼ਜ਼ਾਂ ਨਾਲ ਸਾਰੀ ਦੁਨੀਆ ਨੂੰ ਖੁਲਾਸਾ ਹੋ ਰਿਹਾ ਕਿ ਮੈਂ ਕੀ ਗੱਲ ਕਰ ਰਿਹਾ। ਬਾਕੀ ਜਥੇਦਾਰ ਸਾਹਿਬ ਇਹ ਦਬਾਅ ਦੱਸਣ ਤੇ ਜ਼ਿਆਦਾ ਅੱਛਾ ਰਹੇਗਾ। ਮਗਰ ਇਹ ਗੱਲ ਤੇ ਸਾਫ਼ ਹੈ ਕਿ ਸ਼੍ਰੋਮਣੀ ਕਮੇਟੀ ਜਿਸ ਤਰੀਕੇ ਦੇ ਨਾਲ ਅੱਜ ਅਕਾਲ ਤਖਤ ਨੂੰ ਵਰਤਦੀ ਹੈ, ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਪਾਰਟੀ ਦਾ ਸਪੋਕਸਪਰਸਨ ਬਣਾਤਾ ਗਿਆ ਔਰ ਉਹਨਾਂ ਦੇ ਥਰੂ ਉਹਨਾਂ ਦੇ ਕਢਵਾਉਣ ਦੀਆਂ ਗੱਲਾਂ ਕਰਦੇ ਨੇ ਜਿਹੜੀਆਂ ਪਾਰਟੀ ਨੂੰ ਚਾਹੀਦੀਆਂ ਨੇ। ਮੈਂ ਸਮਝਦਾ ਕਿ ਇਹ ਜਿਹੜੀ ਰਾਜਨੀਤਿਕ ਪਾਰਟੀ ਹੈ ਅੱਜ ਦੇਖੋ ਜਿਹੜੀ ਰਵਾਇਤਾਂ ਸਿੱਖ ਪਰੰਪਰਾ ਦੀਆਂ ਉਹਦੀਆਂ ਧੱਜੀਆਂ ਉਡਾਤੀਆਂ ਗਈਆਂ। ਅੱਜ ਰਾਜਨੀਤੀ ਨੂੰ ਹਾਵੀ ਕਰਤਾ ਗਿਆ ਔਰ ਧਰਮ ਨੂੰ ਥੱਲੇ ਕਰਤਾ। ਇੱਕ ਅਕਾਲ ਤਖਤ ਦਾ ਜਥੇਦਾਰ ਦਰਬਾਰ ਸਾਹਿਬ ਦਾ ਕਾਰਜਕਾਰੀ ਹੈਡ ਗ੍ਰੰਥੀ ਹੋ ਸਕਦਾ? ਇਹ ਅੱਜ ਤੱਕ ਨਹੀਂ ਹੋਇਆ। ਇਹ ਨਵੀਆਂ ਰਵਾਇਤਾਂ ਸ਼ੁਰੂ ਕਰਤੀਆਂ ਪੰਥ ਦੀਆਂ ਪਾਰਟੀਆਂ ਆਪਣੇ ਆਪ ਨੂੰ ਕਹਿਣ ਵਾਲੀਆਂ ਨੂੰ। ਸੋ ਇਹਦੀ 'ਚ ਬਹੁਤ ਵੱਡੀ ਤਬਦੀਲੀ ਹੈ ਔਰ ਮੈਂ ਤੁਹਾਡੀ ਜਾਣਕਾਰੀ ਲਈ ਤੁਹਾਡੇ ਸਰੋਤਿਆਂ ਨੂੰ ਵੀ ਦੱਸ ਸਕਦਾ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲਾ ਵੀ ਇਹ ਲਿਆ ਕਿ ਅਸੀਂ ਇਹਦੇ ਉੱਤੇ ਪੰਥ ਦੇ ਬੁੱਧੀਜੀਵੀਆਂ ਨੂੰ ਔਰ ਪੰਥ ਦਰਦੀਆਂ ਦੀਆਂ ਇੱਕ ਬਹੁਤ ਜਲਦੀ ਮੀਟਿੰਗ ਬੁਲਾ ਕੇ ਇਹਦੀ ਜਿਹੜੀ ਵਿਧੀ ਵਿਧਾਨ ਹੈ ਅਕਾਲ ਤਖਤ ਦੇ ਜਥੇਦਾਰ ਨੂੰ ਚੁਣਨ ਦੀ ਉਹਦੀ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਭ ਦੇ ਉੱਤੇ ਇੱਕ ਰੂਪ ਰੇਖਾ ਬਣਵਾਵਾਂਗੇ ਔਰ ਇਹਨੂੰ ਪੂਰੇ ਪੰਥ ਕੋਲੋਂ ਲਾਗੂ ਵੀ ਕਰਵਾਵਾਂਗੇ। ਪੀਰ ਮੁਹੰਮਦ ਸਾਹਿਬ, ਇਹ ਕਾਲਕਾ ਸਾਹਿਬ ਦੇਖੋ ਉਹ ਨਾਮ ਨਹੀਂ ਲੈ ਰਹੇ ਪਰ ਦੇਖੋ ਇਲਜ਼ਾਮ ਤਾਂ ਐਸਜੀਪੀਸੀ ਦੇ ਉੱਤੇ ਇੱਕ ਪਰਿਵਾਰ ਦੇ ਉੱਤੇ ਲੱਗਦੇ ਰਹਿੰਦੇ। ਸੁਣੋ, ਚਲੋ ਕਾਲਕਾ ਸਾਹਿਬ ਨੂੰ ਵੀ ਇੱਕ ਆਦੇਸ਼ ਸਿੰਘ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਸੀ। ਉਹ ਪਹਿਲਵਾਨ ਸਨ ਨਾ, ਉੱਥੇ ਹੜਤਾਲ ਤੇ ਬੈਠੇ ਸਨ ਜੰਤਰ ਮੰਤਰ ਤੇ ਉਹਨਾਂ ਨੂੰ ਸਿੰਘ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਨੂੰ ਲੰਗਰ ਜਿਹੜਾ ਹੈ ਉਹ ਤੁਸੀਂ ਦਿਓ ਇੱਥੋਂ। ਜਿਵੇਂ ਪਹਿਲਾਂ ਹਮੇਸ਼ਾ ਰਿਹਾ ਹੈ ਕਿ ਜਦੋਂ ਵੀ ਜੰਤਰ ਮੰਤਰ ਤੇ ਕੋਈ ਇਸ ਤਰ੍ਹਾਂ ਦੀ ਬੇਇਨਸਾਫੀ ਦੇ ਵਿਰੁੱਧ ਆਵਾਜ਼ ਉੱਠਦੀ ਹੈ ਤਾਂ ਉੱਥੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਾਰਾ ਪ੍ਰਬੰਧ ਕਰਦੀ ਹੈ। ਤੇ ਸਿੰਘ ਸਾਹਿਬ ਜੀ ਨੇ ਬਕਾਇਦਾ ਇਤਰਾਜ਼ ਜਾਰੀ ਕੀਤਾ ਸੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਿ ਤੁਸੀਂ ਕਿਹੜੇ ਗੱਲ ਦਾ ਰੁਖ ਕਿਤੇ ਹੋਰ ਨਾ ਲੈ ਕੇ ਜਾਓ। ਪਹਿਲੀ ਗੱਲ ਤੇ ਇੱਕ ਬੰਦਾ ਉਸ ਪਹਿਲਵਾਨਾਂ ਦੇ ਉਹਦੇ ਚੋਂ ਆ ਕੇ ਕਹਿ ਦੇਵੇ ਕਿ ਦਿੱਲੀ ਕਮੇਟੀ ਕੋਲੋਂ ਲੰਗਰ ਮੰਗਿਆ ਔਰ ਦਿੱਲੀ ਕਮੇਟੀ ਨੇ ਲੰਗਰ ਸਿੰਘ ਸਾਹਿਬ ਜੀ ਦਾ ਬਿਆਨ ਹੈ। ਸਿੰਘ ਸਾਹਿਬ ਜੀ ਨੇ ਬਿਆਨ ਦਿੱਤਾ ਇਹ ਬਿਲਕੁਲ ਝੂਠ ਗੱਲ ਹੈ ਔਰ ਜਿਨ ਲੋਕਾਂ ਨੇ ਪਹੁੰਚਾਈ ਹੈ, ਕਿਉਂਕਿ ਅੱਜ ਜਿਹੜੇ ਬੰਦੇ ਪਿਛਲੇ ਕਈ 25 ਸਾਲਾਂ ਤੋਂ 30 ਸਾਲਾਂ ਤੋਂ ਤੁਹਾਨੂੰ ਜਿਹੜੀਆਂ ਇਸ ਪਾਰਟੀ ਨੂੰ ਗਾਲਾਂ ਕੱਢਦੇ ਰਹੇ ਨੇ ਅੱਜ ਤੁਹਾਡੇ ਨਾਲ ਨੇ, ਇਸ ਕਰਕੇ ਜੋ ਮਰਜ਼ੀ ਝੂਠ ਬੋਲਣ। ਮਗਰ ਪਹਿਲਵਾਨਾਂ ਦੇ ਵਿੱਚੋਂ ਇੱਕ ਬੰਦਾ ਖੜੇ ਹੋ ਕੇ ਕਹਿ ਦੇਵੇ ਕਿ ਦਿੱਲੀ ਕਮੇਟੀ ਕੋਲੋਂ ਲੰਗਰ ਮੰਗਿਆ ਹੋਏ ਤੇ ਦਿੱਲੀ ਕਮੇਟੀ ਨੇ ਲੰਗਰ ਦੇਣ ਨੂੰ ਮਨਾ ਕਰਤਾ ਹੋਏ। ਲੰਗਰ ਗੁਰੂ ਕਾ ਹੈ ਔਰ ਗੁਰੂ ਮਹਾਰਾਜ ਦੀ ਗੁਰੂ ਪੰਥ ਦੀ ਰਵਾਇਤ ਹੈ ਕਿ ਜਿਹੜਾ ਵੀ ਗੁਰੂ ਘਰ ਚ ਆਏਗਾ ਉਹਨੂੰ ਲੰਗਰ ਮਿਲੇਗਾ ਔਰ ਜਿੱਥੇ ਲੋੜ ਪੈਂਦੀ ਹੈ ਅਸੀਂ ਡੇਢ ਸਵਾ ਸਾਲ ਪੂਰੇ ਕਿਸਾਨ ਮੋਰਚੇ ਦੇ ਵਿੱਚ ਲੰਗਰ ਲਾਏ ਨੇ। ਅਸੀਂ ਹਰ ਉਸ ਲੋਕਾਂ ਦੇ ਵਿੱਚ ਕੋਵਿਡ ਦੇ ਵਿੱਚ ਜਾ ਕੇ 2 ਲੱਖ ਪ੍ਰਾਣੀਆਂ ਨੂੰ ਰੋਜ਼ ਲੰਗਰ ਛਕਾਇਆ ਤੇ ਅਸੀਂ ਆਪਣੇ ਪਹਿਲਵਾਨਾਂ ਨੂੰ ਕਿਉਂ ਨਹੀਂ ਦੇਵਾਂਗੇ? ਸਾਡੇ ਕੋਲ ਕੋਈ ਆਇਆ ਨਹੀਂ ਲੈਣ ਵਾਸਤੇ ਔਰ ਉਹਨਾਂ ਕੋਲੋਂ ਜਦ ਪੁੱਛਿਆ ਗਿਆ ਉੱਥੇ ਜਾਣ ਕੇ ਤੇ ਉਹਨਾਂ ਨੇ ਕਿਹਾ
ਕਿਉਂਕਿ ਤੁਹਾਨੂੰ ਅਸਲੀਅਤ ਪਤਾ ਹੀ ਨਹੀਂ ਹੈ। ਇੱਥੇ ਜਦ ਪਹਿਲੇ ਦਿਨ ਪਹਿਲਵਾਨ ਆਏ ਨੇ 20-25 ਪਹਿਲਵਾਨ ਤੋਂ ਉੱਪਰ ਜ਼ਿਆਦਾ ਰੁਕੀ ਨਹੀਂ ਆਪਾਂ ਟੌਪਿਕ ਤੇ ਰਹੀਏ ਕਾਲਕਾ ਜੀ। ਹਾਂ, ਤੇ ਮੈਂ ਵੀ ਇਹੀ ਚਾਹੁੰਦਾ ਸੀ ਕਿ ਟੌਪਿਕ ਮੈਂ ਉਹੀ ਰਿਕੁਐਸਟ ਕਰ ਰਿਹਾ ਕਿ ਟੌਪਿਕ ਦੇ ਉੱਤੇ ਰਹੀਏ। ਅੱਜ ਜਿਹੜਾ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਮੇਰੇ ਉੱਤੇ ਦਬਾਅ ਪਾਇਆ ਗਿਆ, ਉਹਦੀ ਉੱਤੇ ਗੱਲ ਕਰੀਏ। ਇਹ ਦਬਾਅ ਕਿਹੜਾ ਸੀ? ਇਹ ਪੀਰ ਮੁਹੰਮਦ ਸਾਹਿਬ ਜ਼ਿਆਦਾ ਅੱਛੀ ਤਰ੍ਹਾਂ ਦੱਸ ਸਕਦੇ ਨੇ, ਕਿਉਂਕਿ ਬੜਾ ਸਮਾਂ ਇਹ ਵੀ ਓਪੋਜੀਸ਼ਨ 'ਚ ਰਹੇ ਨੇ, ਉਹਨਾਂ ਲੋਕਾਂ ਦੀ ਔਰ ਪੰਥ ਦੀ ਗੱਲ ਕਰਦੇ ਰਹੇ ਨੇ। ਮੈਂ ਸਮਝਦਾ ਕਿ ਮੇਰੇ ਤੋਂ ਵੱਧ ਤੇ ਦਬਾਅ ਬਾਰੇ ਇਹ ਪੀਰ ਮੁਹੰਮਦ ਸਾਹਿਬ ਆਪ ਦੱਸ ਸਕਦੇ। ਠੀਕ ਹੈ, ਪੀਰ ਮੁਹੰਮਦ ਜੀ ਰਿਐਕਟ ਕਰੇ। ਉਸ ਤੋਂ ਪਹਿਲਾਂ ਨਿਆਮੀਆਂ ਸਾਹਿਬ ਕੁਝ ਕਹਿਣਾ ਚਾਹ ਰਹੇ। ਮੈਂ ਪੀਰ ਮੁਹੰਮਦ ਜੀ ਤੁਹਾਡੇ ਕੋਲ ਆਉਣਾ। ਨਿਆਮੀਆਂ ਸਾਹਿਬ ਕੁਝ ਕਹਿਣਾ ਚਾਹ ਰਹੇ। ਹਾਂ, ਕਰ ਲਓ ਗੱਲ ਜੀ, ਉਹਨਾਂ ਦੇ ਪੁੱਛ ਲਓ। ਇੱਕ ਗੱਲ ਕਰਨੀ ਹੈ ਕਿ ਇੱਕ ਸਾਡੀ ਅਹਿਮ ਸੰਸਥਾ ਜਿਹਦਾ ਜਥੇਦਾਰ ਦਾ ਹੁਕਮ ਸਾਰਾ ਪੰਥ ਮੰਨਦਾ, ਉਹ 5 ਸਾਲ ਕਾਰਜਕਾਰੀ ਚਲੇ ਜਾਵੇ, ਇਸ ਤੋਂ ਬੜਾ ਦਬਾਅ ਹੋਰ ਕੀ ਹੋਏਗਾ? ਮੈਨੂੰ ਇਹਦਾ ਅਜੇ ਤੱਕ ਉੱਤਰ ਨਹੀਂ ਮਿਲਿਆ। ਪੀਰ ਮੁਹੰਮਦ ਜੀ ਗੱਲ ਕਰ ਰਹੇ। ਦੇਖੋ ਨਿਆਮੀਆਂ ਜੀ, ਜਿਹੜਾ ਨਾ ਸਿੰਘ ਸਾਹਿਬ ਜੀ ਨੇ ਆਪਣੀ ਗੱਲ ਨੂੰ ਬਹੁਤ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ, ਤੇ ਉਹਨਾਂ ਨੇ, ਮੈਂ ਤੁਹਾਨੂੰ ਇਹ ਦਾਅਵੇ ਨਾਲ ਇਹ ਗੱਲ ਕਹਿਣਾ, ਮੈਂ ਕੋਈ ਲੁਕਾ ਕੇ ਨਹੀਂ ਰੱਖ ਰਿਹਾ। ਸਿੰਘ ਸਾਹਿਬ ਜੀ ਆਪ, ਉਹਨਾਂ ਦੀ ਇੱਛਾ ਸ਼ਕਤੀ ਸੀ ਕਿ ਮੈਂ ਜਥੇਦਾਰ ਸਾਹਿਬ ਦੇ ਅਹੁਦੇ ਤੋਂ ਸੇਵਾ ਮੁਕਤ ਹੋਣਾ ਚਾਹੁੰਦਾ। ਇਸ ਕਰਕੇ ਇਹਦੇ ਵਿੱਚ ਕੋਈ ਗੁੰਮਰਾਹ ਕੁਨ ਬਿਆਨ ਨਹੀਂ ਦਿੱਤਾ ਜਾ ਰਿਹਾ ਸਾਡੇ ਵੱਲੋਂ, ਇਹ ਬਿਲਕੁਲ ਸਪਸ਼ਟ ਹੈ। ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਬਲਿਕਲੀ ਜਿਹੜਾ ਬਿਆਨ ਦਿੱਤਾ ਹੈ, ਅੱਜ ਜਿਹੜਾ ਬਿਆਨ ਦਿੱਤਾ ਸਿੰਘ ਸਾਹਿਬ ਦਾ, ਉਹਨਾਂ ਨੂੰ ਕੀ ਤੁਸੀਂ ਸਮਝਦੇ ਹੋ ਜਿਹੜਾ ਉਹਨਾਂ ਨੇ ਕਿਹਾ ਮੈਂ ਦਬਾਅ ਵਾਲਾ? ਤੁਸੀਂ ਪਹਿਲੇ ਬਿਆਨ ਨਹੀਂ ਉਹਨਾਂ, ਦੇਖੋ ਮੇਰੀ ਗੱਲ ਸੁਣੋ, ਦਬਾਅ ਉਹਨਾਂ ਦਾ ਸੈਂਟਰ ਵੱਲੋਂ ਵੀ ਹੋ ਸਕਦਾ। ਸੈਂਟਰ ਤੁਹਾਡੀ ਦੇਖੋ, ਜਿਹੜੀ ਸੈਂਟਰ ਸਰਕਾਰ, ਗੱਲ ਸੁਣੋ, ਸੈਂਟਰ ਸਰਕਾਰ ਜਿਹੜੀ, ਮੇਰੀ ਗੱਲ ਸੁਣੋ, ਸੈਂਟਰ ਸਰਕਾਰ ਜਿਹੜੀ ਪਹਿਲਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਆਪਣੇ ਅਧੀਨ ਕਰ ਲੈਂਦੀ ਹੈ, ਪ੍ਰਬੰਧਕ ਕਮੇਟੀ ਨੂੰ ਆਪਣੇ ਅੰਦਰ ਕਰ ਲੈਂਦੀ ਹੈ। ਫਿਰ ਜ਼ਿਆਦਾ ਚਿੰਤਾ ਵਾਲੀ ਗੱਲ ਹੈ ਕਿ ਜੇ ਸੈਂਟਰ ਦਾ ਦਬਾਅ ਸੀ ਔਰ ਜਥੇਦਾਰ ਸਾਹਿਬ ਆਪਣਾ ਅਹੁਦਾ ਛੱਡ ਗਏ, ਇਹ ਤਾਂ ਬਹੁਤ ਚਿੰਤਾ ਵਾਲੀ ਗੱਲ ਹੈ। ਫਿਰ ਕਿ ਮੈਂ ਉਹੀ ਗੱਲ ਕਹਿ ਸਕਦਾ, ਕਈ ਤਰ੍ਹਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਕਰਦੇ ਹੋ, ਸਰੋਤਿਆਂ ਨੂੰ ਪਤਾ ਚੱਲ ਜਾਏ ਕਿ ਕਿਹੜਾ ਦਬਾਅ ਦਿੱਲੀ ਕਮੇਟੀ ਨੇ ਕਿਸੇ ਸਰਕਾਰ ਦਾ ਮੰਨਿਆ। ਸਾਨੂੰ ਇੱਕ ਵੀ ਇਹੋ ਜਿਹੀ ਗੱਲ ਦੱਸ ਦਿਓ। ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ। ਜਦ ਤੱਕ ਇਸ ਵਾਰ ਕਾਲਕਾ ਸਾਹਿਬ, ਇਸ ਵਾਰ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ, ਸੁਣੋ ਗੱਲ, ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 6 ਜੂਨ ਦਾ ਦਿਹਾੜਾ ਹੀ ਨਹੀਂ ਮਨਾਉਣ ਦਿੱਤਾ। ਦੇਖੋ ਕਿਤੇ ਵੀ ਕੋਈ ਪ੍ਰੋਗਰਾਮ ਹੋਇਆ ਹਰਿਆਣੇ ਦੇ ਵਿੱਚ। ਹੁਣ ਚਲੋ ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ। ਮੈਂ ਦਿੱਲੀ ਕਮੇਟੀ ਦੀ ਗੱਲ ਕਰ ਰਿਹਾ। ਪੀਰ ਮੁਹੰਮਦ ਜੀ, ਇੱਕ ਛੋਟਾ ਜਿਹਾ ਸਵਾਲ ਜਥੇਦਾਰ ਸਾਹਿਬ ਬਾਰੇ ਗੱਲ ਕਰਦੇ ਹਾਂ ਜੀ। ਪੀਰ ਮੁਹੰਮਦ ਜੀ, ਇੱਕ ਛੋਟਾ ਜਿਹਾ ਸਵਾਲ। ਅਜਨਾਲਾ ਦੇ ਵਿੱਚ ਜੋ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਵੱਲੋਂ ਕੀਤਾ ਗਿਆ, ਉਹ ਆਪਾਂ ਸਾਰਿਆਂ ਨੇ ਦੇਖਿਆ। ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਸੀ, ਕਿਉਂਕਿ ਉੱਥੇ ਪਾਲਕੀ ਸਾਹਿਬ ਲੈ ਕੇ ਪਹੁੰਚ ਗਏ ਸੀ। ਇੱਕ ਕਮੇਟੀ ਬਣਾਈ ਗਈ ਸੀ ਔਰ ਤੁਸੀਂ ਹੀ ਉਸ ਕਮੇਟੀ ਨੂੰ ਪੂਰਾ ਹੈਂਡਲ ਕਰ ਰਹੇ ਸੀ। ਬਿਲਕੁਲ, ਰਿਪੋਰਟ ਵੀ ਪਹੁੰਚੀ, ਉਹ ਵੀ ਵਿਚਾਲੇ ਰਹਿ ਗਈ। ਦੇਖੋ ਕਾਲਕਾ ਸਾਹਿਬ, ਮੇਰੀ ਗੱਲ ਸੁਣੋ, ਕਾਲਕਾ ਸਾਹਿਬ ਨਾਲ ਨੇ ਜੁੜੇ ਹੋਏ। ਉਸ ਕਮੇਟੀ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹਨਾਂ ਨੂੰ ਵੀ ਮੈਂਬਰ ਨਿਯੁਕਤ ਕੀਤਾ ਸੀ, ਪਰ ਇਹਨਾਂ ਨੇ ਨਾ ਮੀਟਿੰਗ ਦੇ ਵਿੱਚ ਆਏ, ਨਾ ਇਹਨਾਂ ਨੇ ਸਾਡੀ ਉਸ ਕਮੇਟੀ ਨੂੰ ਮਾਨਤਾ ਦਿੱਤੀ। ਤੁਸੀਂ ਮੈਨੂੰ ਦੱਸੋ ਕਿ ਇਹਨਾਂ ਦੇ ਉੱਤੇ ਕੀ ਦਬਾਅ ਸੀ? ਜੇ ਉਹਦੇ ਵਿੱਚ ਦਮਦਮੀ ਟਕਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਦੀਵਾਨ, ਹਾਲਾਂਕਿ ਉਹ ਆਮ ਆਦਮੀ ਪਾਰਟੀ ਦਾ ਨੁਮਾਇੰਦੇ ਵੀ ਸਨ, ਨਿੱਜਰ ਸਾਹਿਬ, ਭਾਵੇਂ ਕਿ ਉਹਨਾਂ ਨੂੰ ਬੜਾ ਵੱਡਾ ਉਹਨਾਂ ਨੂੰ ਵੀ ਜਿਹੜਾ ਉਹ ਆਪਣੇ ਮੁੱਲ ਤਾਰਨਾ ਪਿਆ ਹੈ, ਉਹ ਵੀ ਉਸ ਕਮੇਟੀ ਦੇ ਵਿੱਚ ਉਹਨਾਂ ਨੇ ਆਪਣਾ ਨੁਮਾਇੰਦਾ ਭੇਜਿਆ। ਪਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜਿਹੜੀ ਸਿੰਘ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਹੈ, ਅਜਨਾਲਾ ਕਮੇਟੀ, ਉਹਦੇ ਵਿੱਚ ਇਹਨਾਂ ਨੇ ਗੱਲ ਤਾਂ ਉਹੀ ਆ ਗਈ ਨਾ ਕਿ ਉਹਨਾਂ ਦੀ ਗੱਲ ਮੰਨੀ ਨਹੀਂ ਜਾ ਰਹੀ ਸੀ। ਜੇ ਉਹਨਾਂ ਨੇ ਕਮੇਟੀ ਬਣਾਈ ਸੀ, ਕਮੇਟੀ ਦੇ ਉੱਤੇ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਾਈਨ ਨਹੀਂ ਕੀਤੇ, ਉਹਨਾਂ ਨੂੰ ਵਾਪਸ ਕਰਨੀ ਪਈ। ਇਹਨਾਂ ਦੀ ਕੀ ਮਜਬੂਰੀ? ਕਿ ਗੱਲ ਤੁਸੀਂ ਦਿੱਲੀ ਕਮੇਟੀ ਤੇ ਲਿਆਂਦੇ ਹੋ, ਇਹ ਤੇ ਦੱਸੋ ਉਸ ਕਮੇਟੀ ਨੇ ਕੀਤਾ ਕੀ ਹੈ? ਜੇ ਅਸੀਂ ਤੁਹਾਡੇ ਕਮੇਟੀ ਨੇ ਬਿਲਕੁਲ ਕੀਤਾ। ਇਹ ਕਾਲਕਾ ਸਾਹਿਬ ਕਮੇਟੀ ਦੀਆਂ ਜਿਹੜੀ ਰਿਕਮੈਂਡੇਸ਼ਨ ਹੈ ਨਾ, ਉਹ 5 ਸਿੰਘ ਸਾਹਿਬਾਨਾਂ ਦੇ, ਮੇਰੀ ਗੱਲ ਸੁਣੋ, 5 ਸਿੰਘ ਸਾਹਿਬਾਨ ਹੁਣ ਜਦੋਂ ਮੀਟਿੰਗ ਕਰਨਗੇ ਨਾ, ਤੇ ਤੁਹਾਨੂੰ ਇਸ ਗੱਲ ਦਾ ਬਿਲਕੁਲ ਪਤਾ ਲੱਗ ਜਾਏਗਾ ਕਿ ਅਸੀਂ ਜਿਹੜੀ ਉਹ ਕਮੇਟੀ ਦੀ ਮੀਟਿੰਗ ਕੀਤੀ ਗਈ ਔਰ ਉਸ ਦੇ ਵਿੱਚ ਜਿਹੜੀ ਰਿਕਮੈਂਡੇਸ਼ਨ ਦਿੱਤੀ ਗਈ, ਉਹਦੇ ਨਾਲ ਸਿੱਖ ਕੌਮ ਜਿਹੜੀ ਹੈ ਉਹ ਵਾਕਿਆ ਹੀ ਮਹਿਸੂਸ ਕਰੇਗੀ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਉਹਨੇ ਵਾਕਿਆ ਹੀ ਪੰਥ ਦੀਆਂ ਭਾਵਨਾਵਾਂ ਅਨੁਸਾਰ ਸਹੀ ਫੈਸਲਾ ਕੀਤਾ, ਸਹੀ ਜਿਹੜੀਆਂ ਆਪਣੀਆਂ ਸਿਫਾਰਿਸ਼ਾਂ ਦਿੱਤੀਆਂ ਨੇ। ਠੀਕ ਹੈ ਨਿਆਮੀਆਂ ਸਾਹਿਬ, ਆਪਾਂ ਕੰਕਲੂਡ ਕਰਨ ਵਾਲੇ ਪਾਸੇ ਵਧੀਆ। ਮੈਂ ਸਭ ਦੀ ਇੱਕ ਸਟੇਟਮੈਂਟ ਲਵਾਂਗਾ। ਨਿਆਮੀਆਂ ਸਾਹਿਬ, ਇਹ ਦਬਾਅ ਵਾਲੀ ਗੱਲ ਨੂੰ ਇੱਥੇ ਹੀ ਆਪ ਤੁਹਾਨੂੰ ਲੱਗਦਾ ਕਿ ਇਸ ਨੂੰ ਹੋਰ ਕਲੀਅਰ ਹੋਣਾ ਚਾਹੀਦਾ ਹੈ? ਚਾਹੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਆ ਕੇ ਖੁਦ ਦੱਸਣ ਕਿ ਕਿਹੜਾ ਦਬਾਅ ਸੀ, ਉਹ ਸੈਂਟਰ ਦਾ ਸੀ, ਸਟੇਟ ਦਾ ਸੀ, ਜਾਂ ਫਿਰ ਕੋਈ ਹੋਰ ਜਥੇਬੰਦੀ ਦਾ ਸੀ? ਦੇਖੋ, ਸੈਂਟਰ ਦਾ ਦਬਾਅ ਤਾਂ ਹੋ ਨਹੀਂ ਸਕਦਾ ਜਥੇਦਾਰ ਸਾਹਿਬ ਤੇ, ਕਿਉਂਕਿ ਜਥੇਦਾਰ ਸਾਡੀ ਆਜ਼ਾਦ ਹਸਤੀ ਹੈ।
ਉਹਨਾਂ ਤੇ ਦਬਾਅ ਉਹਨਾਂ ਦਾ ਹੀ ਹੋ ਸਕਦਾ ਜਿਨ੍ਹਾਂ ਨੇ ਉਹਨਾਂ ਨੂੰ ਨਿਯੁਕਤ ਕੀਤਾ ਹੁੰਦਾ, ਜਿਸ ਲਿਫਾਫੇ 'ਚ ਉਹਨਾਂ ਦਾ ਨਾਂ ਨਿਕਲਦਾ ਹੈ। ਠੀਕ ਹੈ, ਉਹ ਅੱਜ ਦੀ ਡੇਟ 'ਚ ਤੁਸੀਂ ਅਕਾਲੀ ਦਲ ਵਾਲੇ ਪਾਸੇ ਇਸ਼ਾਰਾ ਕਰ ਰਹੇ ਹੋ, ਜਾਂ ਮੈਂ ਸਿੱਧਾ ਕਹਾਂ ਕਿ ਤੁਸੀਂ ਬਾਦਲ ਪਰਿਵਾਰ ਵਾਲੇ ਪਾਸੇ ਇਸ਼ਾਰਾ ਕਰ ਰਹੇ ਹੋ? ਬਿਲਕੁਲ ਜੀ, ਮੈਂ ਖੁੱਲ ਕੇ ਕਹਿਣਾ, ਇਹ ਨਹੀਂ ਬੋਲਦੇ, ਇਹਨਾਂ ਦੀ ਮਜਬੂਰੀ ਹੈ। ਮੈਂ ਖੁੱਲ ਕੇ ਕਹਿਣਾ, ਇੱਕ ਪਰਿਵਾਰ ਦਾ ਦਬਾਅ ਹੈ ਤੇ ਹਮੇਸ਼ਾ ਰਿਹਾ। ਜਦੋਂ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਆਪਣੀ ਕੋਠੀਆਂ ਦੇ ਵਿੱਚ ਕਿ ਮਾਫੀ ਦਿਓ, ਫਿਰ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ 90 ਲੱਖ ਦੇ ਇਸ਼ਤਿਹਾਰ ਦਿਓ ਤੇ ਫਿਰ ਦੁਬਾਰਾ ਉਲਟ ਪਾਸੇ ਚੱਲਣਾ, ਇਹ ਗੱਲਾਂ ਸਾਰੀਆਂ ਦਬਾਅ ਦੀਆਂ ਨਿਸ਼ਾਨੀ ਹੁੰਦੀਆਂ। ਇੱਕ ਬੰਦੇ ਨੂੰ ਅਸੀਂ ਪੱਕਾ ਨਹੀਂ ਕਰਦੇ, ਕਾਰਜਕਾਰੀ ਰੱਖਦੇ ਹਾਂ 5-5 ਸਾਲ ਤੱਕ ਲਗਾਤਾਰ ਕਾਰਜਕਾਰੀ। ਔਰ ਕਿਹੜਾ ਬੰਦਾ ਹੁੰਦਾ ਐਡੇ ਵੱਡੇ ਅਹੁਦੇ ਤੇ ਬੈਠਾ ਕਹੇ ਮੈਂ ਸੇਵਾ ਮੁਕਤ ਹੋਣਾ, ਜਦੋਂ ਕਿ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਮੌਜੂਦ ਨੇ। ਇਹ ਗੱਲ ਦਬਾਅ ਦੀ ਗੱਲ, ਕੋਈ ਖੁੱਲ ਕੇ ਬੋਲੇ ਨਾ ਬੋਲੇ, ਮੈਂ ਖੁੱਲ ਕੇ ਬੋਲਦਾ। ਦਬਾਅ ਇਹੀ ਸੀ ਤੇ ਇਸੇ ਕਰਕੇ ਉਹਨਾਂ ਨੇ ਆਪਣਾ ਉਹਦਾ ਛੱਡਿਆ। ਠੀਕ ਹੈ, ਜਦੋਂ ਮੇਰੀ ਕੋਈ ਗੱਲ ਹੀ ਨਹੀਂ ਮੰਨਣੀ ਐਜ਼ ਏ ਜਥੇਦਾਰ, ਤਾਂ ਮੈਂ ਉੱਤੇ ਉਹਦੇ ਤੇ ਬੈਠ ਕੇ ਕੀ ਲੈਣਾ ਭਾਈ? ਤੁਸੀਂ ਆਪਣੀ ਮਰਜ਼ੀ ਕਰੋ, ਜਿਹੜਾ ਤੁਹਾਡੀ ਗੱਲ ਮੰਨਦਾ ਉਹਨੂੰ ਲਾ ਲਓ। ਕਾਲਕਾ ਜੀ, ਇਹੋ ਮੈਂ ਤੁਹਾਨੂੰ ਹੋਰ ਦੱਸਦਾ ਜੀ ਕਰ ਲਓ, ਕੰਪਲੀਟ ਕਰ ਲਓ। ਨਿਆਮੀਆਂ ਸਭ ਕੰਪਲੀਟ ਕਰ ਲਓ ਤੁਸੀਂ। ਨਿਆਮੀਆਂ ਜੀ ਕੰਪਲੀਟ ਕਰ ਲਓ, ਤੁਸੀਂ ਕੁਝ ਕਹਿ ਰਹੇ ਸੀ। ਮੈਂ ਇਹ ਕਹਿੰਦਾ ਵੀ ਇਹੋ ਹਾਲ ਜਿਹੜੇ ਜਥੇਦਾਰ, ਜਦੋਂ ਤੱਕ ਕੋਈ ਸ਼ਰਤਾਂ ਨਿਰਧਾਰਤ ਨਹੀਂ ਹੁੰਦੀਆਂ, ਜਿੰਨੇ ਵੀ ਜਥੇਦਾਰ ਲੱਗਣਗੇ ਉਹਨਾਂ ਨਾਲ ਵੀ ਇਹੋ ਹਾਲ ਹੋਣਾ ਜਿਹੜਾ ਹੁਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ। ਉਹਨਾਂ ਨੂੰ ਛੱਡਣਾ ਪਿਆ। ਆਉਣ ਵਾਲੇ ਕੁਝ 2-4 ਸਾਲਾਂ ਤੱਕ ਨਵਿਆਂ ਨੂੰ ਵੀ ਇਸੇ ਤਰ੍ਹਾਂ ਮਜਬੂਰ ਹੋ ਕੇ ਛੱਡਣਾ ਪਏਗਾ। ਠੀਕ ਹੈ, ਮੈਂ ਕਾਲਕਾ ਜੀ, ਦੋ ਚੀਜ਼ਾਂ ਨੇ, ਇੱਕ ਤਾਂ ਦਬਾਅ ਵਾਲਾ ਤੇ ਦੂਜਾ ਉਹਨਾਂ ਦੀ ਵਿਦਾਇਗੀ। ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਇੰਨੇ ਵੱਡੇ ਅਹੁਦੇ ਉੱਤੇ ਹੋਣ ਤੇ ਉਹਨਾਂ ਦੀ ਵਿਦਾਇਗੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ ਉਸ ਤਰੀਕੇ ਨਾਲ ਹੋਈ, ਜਾਂ ਜਿਸ ਤਰੀਕੇ ਨਾਲ ਅਹੁਦੇ ਤੋਂ ਉਹਨਾਂ ਨੂੰ ਹਟਾਇਆ ਜਾਣਾ ਚਾਹੀਦਾ ਸੀ ਜਾਂ ਹਟੇ ਸੀ, ਉਸ ਤਰੀਕੇ ਨਾਲ ਸਭ ਕੁਝ ਪ੍ਰੋਸੈਸ ਬਿਲਕੁਲ ਠੀਕ ਸੀ? ਨਹੀਂ, ਬਿਲਕੁਲ ਗਲਤ ਹੈ ਜੀ, ਇਹ ਰਵਾਇਤੀ ਗਲਤ ਹੈ। ਜਥੇਦਾਰ ਲਗਾਉਣ ਦੀ ਵੀ ਰਵਾਇਤ ਗਲਤ ਹੈ ਤੇ ਉਤਾਰਨ ਦੀ ਵੀ। ਕੌਮ ਦਾ ਸਿਰਮੌਰ ਹਸਤੀ ਹੋਵੇ ਔਰ ਉਹਨੂੰ ਇੱਕ ਸਰੋਪਾ ਤੱਕ ਨਾ ਪੰਥ ਵੱਲੋਂ ਪਾਇਆ ਜਾਏ। ਇਹ ਦਿੱਲੀ ਕਮੇਟੀ ਨੇ ਅੱਜ ਉੱਥੋਂ ਸਰੋਪਾ ਭੇਜਿਆ ਭਾਈ ਰਣਜੀਤ ਸਿੰਘ ਜੀ ਦੇ ਹੱਥ, ਔਰ ਉਸ ਤੋਂ ਬਾਅਦ ਉੱਥੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਮੈਂ ਸਮਝਦਾ ਕਿ ਪਹਿਲੇ ਅਗਰ ਤੁਸੀਂ ਉਤਾਰਿਆ ਸੀ ਆਊਟਗੋਇੰਗ ਜਥੇਦਾਰ ਨੂੰ, ਪਹਿਲੇ ਸਤਿਕਾਰ ਵਜੋਂ ਹਟਾਉਣਾ ਚਾਹੀਦਾ ਤੇ ਫਿਰ ਦੂਜੇ ਨੂੰ ਨਾਲ ਲਗਾਉਣਾ ਚਾਹੀਦਾ। ਇਹੋ ਜੀ ਕੋਈ, ਅਸੀਂ ਇਹੀ ਤੇ ਕਹਿ ਰਹੇ ਹਾਂ, ਕੋਈ ਵਿਧੀ ਵਿਧਾਨ ਹੀ ਨਹੀਂ ਹੈ। ਕੋਈ ਅੱਜ ਜਿਹਦਾ ਜੋ ਦਿਲ ਕਰਦਾ ਹੈ, 4 ਬੰਦੇ ਜਿਹੜੇ ਹਾਵੀ ਹੋ ਰੱਖੇ ਨੇ ਇਸ ਵਕਤ ਪਾਰਟੀ ਦੇ ਉੱਤੇ, ਉਸ ਪਾਰਟੀ ਨੂੰ ਡਾਇਰੈਕਟ ਕਰਦੇ ਨੇ ਔਰ ਉਹ ਪਾਰਟੀ ਜਾ ਕੇ ਉੱਥੇ ਐਸਜੀਪੀਸੀ ਨੂੰ ਕੰਟਰੋਲ ਕਰਦੀ ਪਈ ਹੈ ਔਰ ਕੰਟਰੋਲ ਕਰਕੇ ਇਹ ਫੈਸਲੇ ਲਈ ਜਾ ਰਹੇ ਨੇ। ਇਸ ਕਰਕੇ ਪੂਰੇ ਪੰਥ ਦੇ ਵਿੱਚ ਨਮੋਸ਼ੀ ਹੈ। ਔਰ ਅੱਜ ਜਥੇਦਾਰ ਸਾਹਿਬ ਦੇ ਬਿਆਨ ਨੇ ਤੇ ਹੋਰ ਲੋਕਾਂ ਦੇ ਦਿਲ ਬਨੂੰਦ ਰਹੇ ਨੇ ਕਿ ਐਸਾ ਦਬਾਅ ਕਿਹੜਾ ਪਿਆ। ਔਰ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਹ ਬਰਗਾੜੀ ਨਾਲ ਤਾਰਾਂ ਜੁੜਦੀਆਂ ਨੇ ਦਬਾਅ ਦੀਆਂ, ਤੇ ਤੁਸੀਂ ਦੇਖ ਲੈਣਾ ਆਉਣ ਵਾਲੇ ਸਮੇਂ ਤੁਹਾਡੇ ਸਾਹਮਣੇ ਹੋ ਜਾਏਗਾ। ਪੀਰ ਮੁਹੰਮਦ ਸਾਹਿਬ, ਤੁਹਾਡੀ ਫਾਈਨਲ ਸਟੇਟਮੈਂਟ। ਦੇਖੋ, ਘੁੰਮ ਫਿਰ ਕੇ ਗੱਲ ਉੱਥੇ ਆ ਰਹੀ ਹੈ ਕਿ ਦਬਾਅ ਐਸਜੀਪੀਸੀ ਤੇ ਦੂਜੇ ਪਾਸੇ ਅਕਾਲੀ ਦਲ ਦਾ, ਜਾਂ ਮੈਂ ਸਿੱਧਾ ਕਹਾਂ ਕਿ ਬਾਦਲ ਪਰਿਵਾਰ ਦਾ। ਤੇ ਦੂਜੀ ਗੱਲ ਇਹ ਵੀ ਕਿ ਬਹੁਤ ਵੱਡੇ ਅਹੁਦੇ ਤੋਂ ਜੇਕਰ ਕੋਈ ਹਟਾਇਆ ਜਾਂਦਾ ਜਾਂ ਅਹੁਦਾ ਉਹਨਾਂ ਦੇ ਵੱਲੋਂ ਛੱਡਿਆ ਜਾਂਦਾ ਹੈ ਤਾਂ ਇੱਕ ਬਹੁਤ ਅਹਿਮ ਹੁੰਦਾ ਹੈ ਕਿ ਉਹਨੂੰ ਵਿਦਾਇਗੀ ਕਿਸ ਤਰੀਕੇ ਨਾਲ ਦਿੱਤੀ ਜਾ ਰਹੀ ਹੈ। ਵਿਦਾਇਗੀ ਨੂੰ ਲੈ ਕੇ ਵੀ ਬਹੁਤ ਇਤਰਾਜ਼ ਹੈ ਕਿ ਕਿਸ ਤਰੀਕੇ ਨਾਲ ਵਿਦਾਇਗੀ ਦਿੱਤੀ ਹੈ। ਨਹੀਂ, ਦੇਖੋ, ਇੱਕ ਸਿੱਖ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਕਿ ਵਾਕਿਆ ਹੀ ਜਿਹੜੀ ਇੱਕ ਵਿਧੀ ਵਿਧਾਨ ਜਿਹੜਾ ਉਹ ਮੈਂ ਬਹੁਤ ਸਾਰੇ ਸਿੰਘ ਸਾਹਿਬਾਨਾਂ ਦੇ ਨਾਲ ਆਪਣੀ ਜਿੰਨੀਆਂ ਕੁ ਸੇਵਾਵਾਂ ਦੇ ਸਕਦਾ ਸੀ ਦੇਣ ਦੀ ਕੋਸ਼ਿਸ਼ ਕੀਤੀ ਪਹਿਲਾਂ ਵੀ, ਤੇ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਵੇਲੇ ਤੋਂ ਲੈ ਕੇ ਇਹ ਗੱਲ ਚੱਲਦੀ ਰਹੀ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਸਾਰੇ ਸਰਦਾਰ ਸਾਹਿਬ, ਕਾਲਕਾ ਸਾਹਿਬ, ਬੀਬੀ ਜਗੀਰ ਕੌਰ ਜੀ, ਜਿਹੜੇ ਅੱਜ ਅਲੱਗ-ਅਲੱਗ ਬਿਆਨ ਦੇ ਰਹੇ ਨੇ, ਇਹ ਸਾਰੇ ਵਿੱਚ ਰਹੇ ਨੇ ਪਾਰਟੀ ਦੇ ਵਿੱਚ। ਇਹ ਜਦੋਂ ਅਸੀਂ ਕੋਈ ਗੱਲ ਕਰਦੇ ਸੀ ਤੇ ਕਹਿੰਦੇ ਸੀ ਕਿ ਪਾਰਟੀ ਦਾ ਹਿੱਸਾ ਬਣ ਕੇ ਗੱਲ ਕਰੋ, ਫਿਰ ਗੱਲ ਦਾ ਫਾਇਦਾ। ਤੇ ਅੱਜ ਇਹਨਾਂ ਨੂੰ ਉਹ ਸਾਰੀਆਂ ਗੱਲਾਂ ਪਾਰਟੀ ਦਾ ਹਿੱਸਾ ਬਣ ਕੇ ਕਰਨੀਆਂ ਚਾਹੀਦੀਆਂ। ਮੈਂ ਇੱਕ ਫਾਈਨਲ ਕਮੈਂਟ ਤੁਹਾਡੇ ਤੋਂ ਲੈ ਰਿਹਾ, ਤੁਹਾਨੂੰ ਲੱਗਦਾ ਕਿ ਦਬਾਅ ਕਿਸ ਦਾ ਸੀ? ਇਹ ਗੱਲ ਖੁੱਲਣੀ ਚਾਹੀਦੀ ਹੈ ਕਿ ਘੱਟੋ ਘੱਟ ਭੋਗਤਾ ਕਰੋ ਨਾ, ਕਿ ਪੰਥ ਭੋਗ ਕਰ ਲਵੇ। ਕੌਮ ਤਾਂ ਜਾਣਨਾ ਚਾਹੁੰਦੀ ਹੋਏਗੀ ਕਿ ਆਖਿਰ ਦਬਾਅ ਸੀ ਕਿਹੜਾ, ਦੱਸ ਤਾਂ ਦਿਓ, ਪਤਾ ਤਾਂ ਲੱਗੇ ਕਿ ਦਬਾਅ ਜਥੇਦਾਰ ਸਾਹਿਬ ਦੇ ਉੱਤੇ ਦਬਾਅ। ਇਹਦਾ ਦਬਾਅ ਜਾਂ ਜਵਾਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੀ ਖੁੱਲ ਕੇ ਦੇ ਸਕਦੇ ਨੇ। ਉਹ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਾਹਿਬ ਨੇ। ਪਰ ਮੈਂ ਇੰਨੀ ਗੱਲ ਕਹਿਣਾ ਕਿ ਅਸੀਂ ਉਹਨਾਂ ਦਾ ਔਰ ਜਿੰਨੇ ਵੀ ਜਥੇਦਾਰ ਸਾਹਿਬਾਨ ਨੇ ਸਾਰਿਆਂ ਦਾ ਬੇਹੱਦ ਸਤਿਕਾਰ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਨਤਮਸਤਕ ਹੁੰਦਾ, ਜਿੰਨੀਆਂ ਵੀ ਪੰਥ ਦੀਆਂ ਸਰਮੌਰ ਸ਼ਖਸੀਅਤਾਂ ਨੇ, ਤੇ ਹਮੇਸ਼ਾ ਰਹੇਗਾ।
ਇਸ ਕਰਕੇ ਇਹ ਜਿਹੜਾ ਇਹ ਵਾਦ-ਵਿਵਾਦ ਦਾ ਵਿਸ਼ਾ ਨਹੀਂ ਬਣਨਾ ਚਾਹੀਦਾ। ਇਹ ਜਿਹੜੇ ਮਸਲੇ ਆ ਪੰਥ ਦੇ ਆ, ਔਰ ਪੰਥ ਦੇ ਮਸਲੇ ਜਿਹੜੇ ਉਹ ਆਪਣੇ ਬੈਠ ਕੇ ਵਿਚਾਰ ਕੇ ਸਿਰ ਜੋੜ ਕੇ ਇਹਦਾ ਹੱਲ ਨਿਕਲਣਾ ਚਾਹੀਦਾ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਪੀਰ ਮੁਹੰਮਦ ਜੀ, ਵਿਚਾਲੇ ਰੋਕ ਲਿਆ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਕਾਲਕਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਔਰ ਨਿਆਮੀਆਂ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਗੱਲ ਇਹ ਹੈ ਕਿ ਜਦੋਂ ਮਸਲਾ ਬਹੁਤ ਵੱਡਾ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਉਸ